ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਅਪਡੇਟਸ ਦੇ ਵਿੱਚ। ਗਵਰਨਮੈਂਟ ਤਰ੍ਹਾਂ ਦੀਆਂ ਸਕੀਮਸ ਲੈ ਕੇ ਆਉਂਦੀ ਹੈ ਆਪਣੇ ਸਾਰੇ ਨਾਗਰਿਕਾਂ ਦੇ ਭਲੇ ਵਾਸਤੇ, ਤੇ ਪੰਜਾਬ ਸਰਕਾਰ ਨੇ ਵੀ ਆਟਾ ਦਾਲ ਸਕੀਮ ਸ਼ੁਰੂ ਕੀਤੀ ਹੋਈ ਹੈ। ਬਹੁਤ ਸਾਲਾਂ ਤੋਂ ਚੱਲਦੀ ਪਈ ਹੈ, ਕਾਫੀ ਪੁਰਾਣੀ ਸਕੀਮ ਹੈ, ਤੇ ਹੁਣ ਇਸ ਸਕੀਮ ਦੇ ਵਿੱਚ ਇੱਕ ਨਵਾਂ ਬਦਲਾਅ ਆਇਆ ਹੈ ਕਿ ਜਿਹੜਾ ਆਟਾ ਦਾਲ ਹੈ ਉਹ ਵੰਡਣ ਵਾਸਤੇ ਪੰਜਾਬ ਸਰਕਾਰ ਦਾ ਨੁਮਾਇੰਦਾ ਆਏਗਾ ਤੇ ਆਪਣੀ ਗੱਡੀ ਲੈ ਕੇ ਉਹ ਘਰ ਘਰ ਨਹੀਂ ਜਾਣਗੇ। घर की बजाए पिंड च जे गए तो पिंड की फिरनी ते खड़े होंगे, जो शहर च गए तो मुहल्ले के बाहर खड़े होंगे, घरों तो बाहर खड़े होंगे, घर के अंदर नहीं जाना। जिन्हें भी आटा लैना, दाल लैनी, जो स्कीम के अनुसार फ़ायदा लै रहा सरकार तो वो उत्थे आएगा जिथे वो आटा दाल वंडते पे हैं। और उत्थे बकायदा CCTV कैमरा लगा होया गड्डी के उत्ते, जिहदे थ्रू ऑफिस दे विच बैठे हुए पंजाब सरकार के ऑफिसर साहबान देख सकणगे कौन कौन ने जिहड़े ये फ़ायदा लै रहे हैं, किनू किनू आटा दाल दिता जा रहा है। नाल मुहल्ले वालियां नूं भी पता लगूगा कि साडे आंढ गुआंढ दे विच किनू किनू इस स्कीम का फ़ायदा मिलता पे, चाहे वो शहरां च ने चाहे वो पिंडां च ने, सब नूं पता लगू। सब दे सामने आटा दाल दिता जावे, बकायदा अंगूठा, बकायदा सिग्नेचर, बकायदा कार्ड बने हुए हैं, सब कुछ। हुण इत्थे समस्या की आ गई, ਜਿਹੜੇ ਅਮੀਰ ਲੋਕ ਨੇ, ਵੱਡੀਆਂ ਵੱਡੀਆਂ ਕਾਰਾਂ ਵਾਲੇ, ਵੱਡੇ ਵੱਡੇ ਟਰੈਕਟਰਾਂ ਵਾਲੇ, ਜ਼ਮੀਨਾਂ ਵਾਲੇ, ਉਹਨਾਂ ਨੇ ਵੀ ਆਪਣੇ ਕਾਰਡ ਬਣਵਾਏ ਹੋਏ ਨੇ, ਉਹ ਵੀ ਫਾਇਦਾ ਲੈਂਦੇ ਪਏ ਨੇ। ਇੱਦਾਂ ਦੀਆਂ ਰਿਪੋਰਟਾਂ ਮਿਲੀਆਂ, ਇਸ ਕਰਕੇ ਪੰਜਾਬ ਸਰਕਾਰ ਨੇ ਇੱਕ ਕਦਮ ਚੁੱਕਿਆ। ਹੁਣ ਉਹਨਾਂ ਅਮੀਰ ਲੋਕਾਂ ਨੂੰ ਸ਼ਰਮ ਆਊਗੀ ਆਟਾ ਦਾਲ ਲੈਣ ਲੱਗਿਆ। ਕਿਉਂ? ਕਿਉਂਕਿ ਜੇ ਇਹ ਗਰੀਬਾਂ ਵਾਸਤੇ ਸਕੀਮ ਹੈਗੀ ਹੈ ਤਾਂ ਬਈ ਤੁਹਾਡਾ ਕੀ ਕੰਮ, ਤੁਸੀਂ ਕਿਉਂ ਲੈਂਦੇ ਪਏ ਫਾਇਦਾ। ਪਰ ਦੇਖੋ ਲਾਲਚ ਹੈ, ਜਿੰਨਾ ਮਰਜ਼ੀ ਹੋ ਜਾਵੇ, ਪੈਸਾ ਤੁਹਾਡੇ ਕੋਲ, ਜਿੱਦਾਂ ਗੁਰੂ ਸਾਹਿਬ ਕਹਿੰਦੇ ਨੇ ਨਾ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਭਾਵੇਂ ਤੁਹਾਡੇ ਕੋਲ ਬਹੁਤ ਜਾਇਦਾਦ ਹੋ ਜਾਵੇ, ਪਰ ਜੇ ਭੁੱਖੀ ਹੈ ਨੀਅਤ ਤੁਹਾਡੀ, ਤਾਂ ਤੁਸੀਂ ਭੁੱਖੇ ਹੀ ਰਹਿਣਾ। ਤੁਹਾਡਾ ਜੀ ਨਹੀਂ ਭਰ ਸਕਦਾ, ਤੁਹਾਡੀ ਨੀਅਤ ਨਹੀਂ ਭਰ ਸਕਦੀ। ਇਸ ਕਰਕੇ ਨੀਅਤ 'ਚ ਖੋਟ ਹੈ, ਤੇ ਜਿਨ੍ਹਾਂ ਦੀ ਨੀਅਤ 'ਚ ਖੋਟ ਹੈ ਉਹਨਾਂ ਨੂੰ ਕਾਬੂ ਕਰਨ ਵਾਸਤੇ ਇਹ ਸਕੀਮ ਲਾਗੂ ਕੀਤੀ ਗਈ ਹੈ ਕਿ ਸ਼ਰੇਆਮ ਆਓ ਤੇ ਆਟਾ ਦਾਲ ਲੈ ਕੇ ਜਾਓ। ਸ਼ਰਮ ਕਾਹਦੀ? ਜੇ ਤੁਹਾਨੂੰ ਲੋੜ ਹੈ ਲਵੋ, ਸਰਕਾਰ ਤੁਹਾਨੂੰ ਦਿੰਦੀ ਪਈ ਹੈ। ਪਰ ਜੇ ਤੁਸੀਂ ਅਮੀਰ ਹੋ ਤੇ ਤੁਹਾਨੂੰ ਲੋੜ ਨਹੀਂ ਇਸ ਸਕੀਮ ਤੋਂ ਫਾਇਦਾ ਲੈਣ ਦੀ, ਫਿਰ ਕਿਉਂ ਲੈਂਦੇ ਪਏ ਹੋ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਸ਼ਰਮ ਹੀ ਆਵੇ, ਸਭ ਦੇ ਸਾਹਮਣੇ ਤੁਸੀਂ ਆਟਾ ਦਾਲ ਲਵੋ, ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇੱਦਾਂ ਗਲਤ ਕਿਸੇ ਚੀਜ਼ ਦਾ ਇਸਤੇਮਾਲ ਕਰਨਾ ਕੀ ਹੁੰਦਾ ਹੈ। ਸਰਕਾਰ ਨੇ ਸਹੂਲੀਅਤ ਦਿੱਤੀ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਗਰੀਬ ਨੇ, ਉਹਨਾਂ ਨੂੰ ਇਹ ਚੀਜ਼ ਮਿਲੇ, ਉਹਨਾਂ ਨੂੰ ਆਟਾ ਦਾਲ ਮਿਲੇ, ਉਹਨਾਂ ਦੇ ਘਰ ਰਾਸ਼ਨ ਪਹੁੰਚੇ। ਪਰ ਜਦੋਂ ਤੁਹਾਨੂੰ ਲੋੜ ਨਹੀਂ, ਤੁਸੀਂ ਰੱਜੇ ਪੁੱਜੇ ਹੋ, ਤੁਸੀਂ ਕਿਉਂ ਇਸ ਸਕੀਮ ਦਾ ਫਾਇਦਾ ਲੈਣ ਲੱਗੇ ਹੋਏ ਹੋ? ਹੁਣ ਕੀ ਹੋ ਗਿਆ ਕਿ ਉਹ ਅਮੀਰ ਲੋਕ ਜਿਹੜੇ ਫਾਇਦਾ ਲੈਣ ਲੱਗੇ ਹੋਏ ਨੇ, ਜਿਨ੍ਹਾਂ ਨੂੰ ਫਾਇਦਾ ਨਹੀਂ ਲੈਣਾ ਚਾਹੀਦਾ, ਉਹਨਾਂ ਨੂੰ ਭੜਥੂ ਪੈ ਗਿਆ। ਉਹਨੂੰ ਭੜਥੂ ਇਸ ਹੱਦ ਤੱਕ ਪੈ ਗਿਆ ਕਿ ਉਹ ਡਿਪੂ ਹੋਲਡਰਾਂ ਕੋਲ ਚਲੇ ਗਏ ਕਿ ਸਾਡੇ ਕਾਰਡ ਜਿਹੜੇ ਬਣੇ ਹੋਏ ਨੇ ਨਾ, ਉਹ ਕਾਰਡ ਕੈਂਸਲ ਕਰ ਦਿਓ, ਸਾਨੂੰ ਸ਼ਰਮ ਆਉਂਦੀ ਪਈ ਹੈ, ਕਿਤੇ ਬੇਇੱਜ਼ਤੀ ਨਾ ਹੋ ਜਾਏ। ਸੋ ਇਹ ਸਾਰੀ ਚੀਜ਼ ਨੂੰ ਸਾਹਮਣੇ ਦੇਖਦੇ ਹੋਏ ਅਸੀਂ ਇਹ ਸੋਚਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਜਿੱਥੇ ਜਿੱਥੇ ਸਕੀਮਾਂ ਲਾਗੂ ਕਰਦੀ ਹੈ ਸਰਕਾਰ, ਕਿੰਨੀ ਜ਼ਿਆਦਾ ਕਰਪਸ਼ਨ ਹੈ, ਕਿੰਨਾ ਜ਼ਿਆਦਾ ਭ੍ਰਿਸ਼ਟਾਚਾਰ ਹੈ। ਜਿਨ੍ਹਾਂ ਲੋਕਾਂ ਨੂੰ ਫਾਇਦਾ ਪਹੁੰਚਣਾ ਚਾਹੀਦਾ, ਉਹਨਾਂ ਲੋਕਾਂ ਤੱਕ ਫਾਇਦਾ ਨਹੀਂ ਪਹੁੰਚਦਾ, ਤੇ ਵਿੱਚੋਂ ਜਿਹੜੇ ਠੁੰਗੇ ਮਾਰਨ ਵਾਲੇ ਬੈਠੇ ਨੇ ਨਾ, ਇਹ ਕੰਮ ਸਾਰਾ ਖਰਾਬ ਕਰ ਦਿੰਦੇ ਨੇ। ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਚਲੋ, ਪੰਜਾਬ ਸਰਕਾਰ ਨੇ ਬਹੁਤ ਵਧੀਆ ਕਦਮ ਚੁੱਕਿਆ ਹੈ, ਤਾਂ ਸਭ ਨੂੰ ਇਹਦਾ ਫਾਇਦਾ ਮਿਲੇ, ਜਿਨ੍ਹਾਂ ਨੂੰ ਇਸ ਫਾਇਦੇ ਦੀ ਲੋੜ ਹੈ, ਜਿਨ੍ਹਾਂ ਨੂੰ ਆਟਾ ਦਾਲ ਸਕੀਮ ਦੀ, ਰਾਸ਼ਨ ਦੀ ਲੋੜ ਹੈ। ਹੁਣ ਗੱਲ ਕਰਦੇ ਹਾਂ ਮਾਈਨਿੰਗ, ਜੋ ਪੰਜਾਬ ਦੇ ਵਿੱਚ ਹੁੰਦੀ ਪਈ ਹੈ। ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਮਾਫੀਆ ਬੜਾ ਸਰਗਰਮ ਹੈ, ਜੋ ਮਾਈਨਿੰਗ ਨੂੰ ਲੈ ਕੇ, ਖਨਨ ਨੂੰ ਲੈ ਕੇ ਬਹੁਤ ਜ਼ਿਆਦਾ ਇੱਦਾਂ ਦੀਆਂ ਨੀਤੀਆਂ ਅਪਣਾ ਰਿਹਾ, ਇੱਦਾਂ ਦੇ ਕਾਰਜ ਕਰ ਰਿਹਾ ਜੋ ਸੂਬੇ ਲਈ ਖਤਰਨਾਕ ਨੇ, ਜੋ ਸੂਬੇ ਨੂੰ ਸੂਟ ਨਹੀਂ ਕਰਦੇ। ਇਸ ਤਹਿਤ BSF ਵੱਲੋਂ ਵੀ ਰਿਪੋਰਟਸ ਆਈਆਂ ਜੋ ਕੋਰਟਸ ਦੇ ਵਿੱਚ ਵੀ ਗਈਆਂ, ਜਿੱਦਾਂ ਤਹਿਤ ਇਹ ਗੱਲ ਕੀਤੀ ਗਈ ਕਿ ਇਸ ਦੇ ਨਾਲ ਸਿਕਿਉਰਿਟੀ ਨੂੰ ਵੀ ਖਤਰਾ ਹੈ। ਸੋ ਹੋਇਆ ਕਿ ਸਰਕਾਰ ਨੇ, ਗੌਰਮੈਂਟ ਦੇ ਜੋ ਅਦਾਰੇ ਨੇ, ਉਹਨਾਂ ਨੇ ਕੋਰਟ ਦੇ ਆਰਡਰਸ ਦੇ ਮੁਤਾਬਿਕ ਖਨਨ ਦੇ ਉੱਤੇ ਰੋਕ ਲਗਾ ਦਿੱਤੀ। ਸੋ ਰੋਕ ਲਗਾਉਣ ਤੋਂ ਬਾਅਦ ਕੀ ਹੋਇਆ ਕਿ ਮਾਰਕੀਟ ਦੇ ਵਿੱਚ ਕਮੀ ਆ ਗਈ, ਰੇਤ ਦੀ, ਬਜਰੀ ਦੀ, ਹੋਰ ਵੀ ਉਹ ਸਾਰੇ ਚੀਜ਼ਾਂ ਦੇ ਜਿਹੜੇ ਸਮਾਨ ਚਾਹੀਦੇ ਹੁੰਦੇ ਨੇ ਮਕਾਨ ਬਣਾਉਣ ਦੇ ਲਈ। ਸੋ ਹੋਇਆ ਕਿ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ। ਟਰਾਂਸਪੋਰਟਰਸ ਅੱਗੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਨੇ, ਹੋਰ ਜ਼ਿਆਦਾ ਪਰੇਸ਼ਾਨ ਹੋ ਗਏ ਕਿ ਹੁਣ ਕਰੀਏ ਤੇ ਕੀ ਕਰੀਏ। ਬੇਰੁਜ਼ਗਾਰੀ ਹੋ ਗਈ, ਸਪਲਾਈ ਕੀ ਕਰਨ ਜਦੋਂ ਖਨਨ ਨਹੀਂ ਹੋ ਰਿਹਾ, ਤਾਂ ਕਿਸ ਚੀਜ਼ ਨੂੰ ਲੈ ਕੇ ਉਹ ਮਾਰਕੀਟ ਦੇ ਵਿੱਚ ਉਤਰਨਗੇ। ਸਰਕਾਰ ਨੂੰ ਅਪਰੋਚ ਕਰਦੇ ਨੇ, ਸਰਕਾਰ ਆਪਣੇ ਸਾਰੇ ਹਵਾਲੇ ਦਿੰਦੀ ਹੈ ਨੀਤੀਆਂ ਦੇ ਕਿ ਕਿਸ ਤਰ੍ਹਾਂ ਕੰਟਰੋਲ ਕਰਦੀ ਪਈ ਹੈ ਇਸ ਮਾਫੀਆ ਨੂੰ ਸਰਕਾਰ, ਅਕੋਰਡਿੰਗ ਟੂ ਜਿਹੜੇ ਆਰਡਰਸ ਹੋਏ ਨੇ ਕੋਰਟਸ ਵੱਲੋਂ। ਸੋ ਆਮ ਆਦਮੀ ਪਾਰਟੀ ਦੇ ਲਈ ਇੱਕ ਮੁਸ਼ਕਿਲ ਇਹ ਵੀ ਹੈ ਕਿ ਜਿਹੜੇ ਟਰਾਂਸਪੋਰਟਰਸ ਨੇ, ਉਹਨਾਂ ਦਾ ਮਨ ਖੱਟਾ ਹੋ ਗਿਆ, ਖਿਲਾਫ ਹੋ ਰਹੇ ਨੇ। ਕਿਤੇ ਨਾ ਕਿਤੇ ਇਹ ਵੀ ਗੱਲ ਆ ਰਹੀ ਸਾਹਮਣੇ ਕਿ ਅਸੀਂ ਹੜਤਾਲ ਤੇ ਜਾਵਾਂਗੇ।
ਸੋ ਇੱਕ ਤਰ੍ਹਾਂ ਨਾਲ ਮੁਸੀਬਤ ਨੂੰ ਦੂਰ ਕਰਨ ਲਈ, ਨਜਿੱਠਣ ਲਈ ਇੱਕ ਹੋਰ ਰਾਹ ਅਪਣਾਇਆ ਗਿਆ। ਜੰਮੂ ਕਸ਼ਮੀਰ ਤੋਂ ਇਹ ਸਾਰੀ ਬਜਰੀ, ਰੇਤ ਇਹ ਲੈ ਕੇ ਆਏ, ਪਰ ਸਰਕਾਰ ਨੇ ਉਹਦੇ ਉੱਤੇ ਵੀ ਟੈਕਸ ਲਗਾ ਦਿੱਤਾ। GST ਤਾਂ ਪਹਿਲਾਂ ਹੀ ਦਿੰਦੇ ਪਏ ਹਾਂ। ਸੋ ਹੋਰ ਜ਼ਿਆਦਾ ਟੈਕਸ ਵਧਣ ਕਾਰਨ ਹੋਰ ਜ਼ਿਆਦਾ ਕੀਮਤਾਂ ਵੱਧ ਗਈਆਂ, ਲੋਕਾਂ ਨੂੰ ਹੋਰ ਜ਼ਿਆਦਾ ਪਰੇਸ਼ਾਨੀ ਹੋ ਗਈ, ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ। ਟਰਾਂਸਪੋਰਟਰਸ ਕਹਿੰਦੇ ਨੇ ਕਿ ਹੁਣ ਦੱਸੋ ਅਸੀਂ ਕੀ ਕਰੀਏ, ਮਾਲ ਵਿਕੇਗਾ ਤਾਂ ਹੀ ਅੱਗੇ ਕੰਮ ਕਰਾਂਗੇ। ਔਰ ਇੰਨੀ ਜ਼ਿਆਦਾ ਕੀਮਤ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਲੋਕਾਂ ਨੇ ਕੰਸਟਰਕਸ਼ਨਸ ਕਰਨੀਆਂ ਨੇ ਉਹਨਾਂ ਨੂੰ ਇਹ ਸਮਾਨ ਚਾਹੀਦਾ, ਪਰ ਉਹਨਾਂ ਦੀ ਵੀ ਮਜਬੂਰੀ ਹੈ, ਕੀ ਕਰਨ। ਮਹਿੰਗਾ ਵੇਚਣਾ ਪੈ ਰਿਹਾ ਤੇ ਖਰੀਦਣ ਵਾਲਿਆਂ ਨੂੰ ਮਹਿੰਗਾ ਖਰੀਦਣਾ ਪੈ ਰਿਹਾ, ਪਰ ਕਿਤੇ ਨਾ ਕਿਤੇ ਮਕਾਨ ਦੀਆਂ ਉਸਾਰੀਆਂ ਜਾਂ ਹੋਰ ਵੀ ਕੰਸਟਰਕਸ਼ਨ ਵਰਕ ਰੁਕ ਵੀ ਗਏ ਨੇ, ਕਿਉਂਕਿ ਹਰ ਬੰਦੇ ਦੀ ਜੇਬ ਇਹ ਸਾਰੀ ਮਾਰ ਨਹੀਂ ਚੱਲ ਸਕਦੀ। ਆਮ ਲੋਕ ਇਹ ਮਾਰ ਨਹੀਂ ਚੱਲ ਸਕਦੇ, ਇੰਨੀ ਮਹਿੰਗਾਈ ਨਹੀਂ ਚੱਲ ਸਕਦੇ। ਟਰਾਂਸਪੋਰਟਰ ਇੱਕ ਪੁਆਇੰਟ ਚੁੱਕਦੇ ਨੇ, GST ਦਾ ਮਤਲਬ ਹੈ ਸਾਰੇ ਦੇਸ਼ ਦੇ ਵਿੱਚ ਇੱਕੋ ਹੀ ਟੈਕਸ। ਔਰ GST ਤੁਸੀਂ ਪਹਿਲਾਂ ਵੀ ਵਧਾਇਆ, ਜਦੋਂ GST ਦੇ ਰਹੇ ਹਾਂ ਫਿਰ ਉਸ ਤੋਂ ਬਾਅਦ ਤੁਸੀਂ ਹੋਰ ਟੈਕਸ ਕਿਉਂ ਲਗਾ ਰਹੇ ਹੋ ਕਿ ਜੇ ਅਸੀਂ ਜੰਮੂ ਤੋਂ ਕਸ਼ਮੀਰ ਤੋਂ ਲੈ ਕੇ ਆ ਗਏ ਹੋ ਸਾਰਾ ਸਮਾਨ ਜੋ ਕੰਸਟਰਕਸ਼ਨ ਵਾਸਤੇ ਚਾਹੀਦਾ, ਲੈ ਕੇ ਤਾਂ ਜੰਮੂ ਕਸ਼ਮੀਰ ਤੋਂ ਹੀ ਆਏ ਹਾਂ। ਜੰਮੂ ਕਸ਼ਮੀਰ ਕਿੱਥੋਂ ਦਾ ਹਿੱਸਾ ਹੈ? ਭਾਰਤ ਦਾ ਹਿੱਸਾ ਹੈ, ਸਾਡੇ ਦੇਸ਼ ਦਾ ਹਿੱਸਾ ਹੈ, ਇੱਕੋ ਦੇਸ਼ ਦਾ ਹਿੱਸਾ। ਇੱਕ ਸੂਬੇ ਤੋਂ ਦੂਜੇ ਸੂਬੇ 'ਚ ਮਾਲ ਆ ਰਿਹਾ ਤੇ ਤੁਸੀਂ ਇਸ ਤਰ੍ਹਾਂ ਕੀਮਤਾਂ ਵਧਾਉਂਦੇ ਪਏ ਹੋ ਟੈਕਸ ਲਗਾ ਕੇ, ਇਹ ਗੱਲ ਕਿੱਦਾਂ ਬਣਨੀ ਹੈ? ਇਹ ਤਾਂ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਪੰਜਾਬ ਤੋਂ ਬਾਹਰ ਮਾਲ ਜਾਏਗਾ ਦੂਸਰੇ ਸੂਬਿਆਂ ਦੇ ਵਿੱਚ, ਉਹ ਵੀ ਟੈਕਸ ਲਗਾਉਣਗੇ, ਉਹ ਵੀ ਪੰਜਾਬ ਸਰਕਾਰ ਦੀ ਨਕਲ ਕਰਨਗੇ। ਸਾਨੂੰ ਤਾਂ ਫਿਰ ਦੋਹਰੀ ਮਾਰ ਪੈ ਜਾਊਗੀ। ਅਸੀਂ ਕੀ ਕਰੀਏ? ਕਾਰੋਬਾਰ ਸਮੇਟ ਕੇ ਵਿਹਲੇ ਹੋ ਕੇ ਬਹਿ ਜਾਈਏ? ਨਹੀਂ, ਕਾਰੋਬਾਰ ਤਾਂ ਕਰਨਾ ਹੈ, ਮਾਰਕੀਟ ਦੇ ਵਿੱਚ ਕੰਮ ਕਰਨਾ ਹੈ, ਇੰਨੀ ਦੇਰ ਤੋਂ ਕਰਦੇ ਪਏ ਹਾਂ। ਤਾਂ ਟਰਾਂਸਪੋਰਟਰਸ ਆਪਣੀ ਸਮੱਸਿਆ ਲੈ ਕੇ ਬੈਠੇ ਨੇ, BSF ਦੀ ਰਿਪੋਰਟ ਆਪਣੀ ਗੱਲ ਕਰਦੀ ਪਈ ਹੈ, ਕੋਰਟਸ ਦੇ ਆਰਡਰ ਆਪਣੀ ਜਗ੍ਹਾ ਨੇ, ਆਮ ਆਦਮੀ ਪਾਰਟੀ ਸਰਕਾਰ ਘਿਰੀ ਹੋਈ ਹੈ ਹਰ ਪਾਸਿਓਂ, ਕਰੇ ਤੇ ਕੀ ਕਰੇ। ਸੋ ਮੀਟਿੰਗਸ ਹੋ ਰਹੀਆਂ ਨੇ, ਗੱਲਬਾਤ ਹੋ ਰਹੀ ਹੈ ਕਿ ਸ਼ਾਇਦ ਮਾਮਲਾ ਕਿਸੇ ਪਾਸੇ ਨਿਬੜੇ, ਕਿਸੇ ਪਾਸੇ ਨਿਕਲੇ। ਆਲਟਰਨੇਟਿਵਸ ਕੀ ਹੋ ਸਕਦੇ ਨੇ ਉਹਦੇ ਉੱਤੇ ਵਰਕਆਊਟ ਕੀਤਾ ਜਾ ਰਿਹਾ ਹੈ। ਔਰ ਫਿਲਹਾਲ ਇੱਕ ਧਮਕੀ ਕਹਿ ਲਓ, ਚੇਤਾਵਨੀ ਕਹਿ ਲਓ ਟਰਾਂਸਪੋਰਟਰਾਂ ਵੱਲੋਂ ਸਰਕਾਰ ਨੂੰ ਇਹ ਹੈ ਕਿ ਉਹ ਹੜਤਾਲ 'ਤੇ ਜਾਣਗੇ। ਸੋ ਪੰਜਾਬ ਦਾ ਸੂਬਾ, ਪੰਜਾਬ ਸਾਡਾ ਤਰੱਕੀ ਕਰੇ, ਸਾਡਾ ਸਾਰਿਆਂ ਦਾ ਸੁਪਨਾ ਹੈ। ਇਹ ਹਾਲਾਤ ਜਲਦੀ ਸੰਭਲ ਜਾਣ ਤਾਂ ਜਿਨ੍ਹਾਂ ਦੇ ਸੁਪਨੇ ਨੇ ਕੰਸਟਰਕਸ਼ਨ ਕਰਨ ਦੇ, ਆਪਣੇ ਮਕਾਨ ਬਣਾਉਣ ਦੇ, ਉਹ ਵੀ ਕੋਸ਼ਿਸ਼ ਕਰਨ। ਔਰ ਦੇਖੋ ਇਸ ਦਾ ਕੀ ਹੱਲ ਨਿਕਲਦਾ। ਸੋ ਇਹਦੇ ਲਈ ਸਰਕਾਰ ਵੱਲੋਂ ਤੇ ਟਰਾਂਸਪੋਰਟਰਾਂ ਵੱਲੋਂ ਕੋਸ਼ਿਸ਼ਾਂ ਜਾਰੀ। ਪੰਜਾਬ ਦੇ ਵਿੱਚ ਇੱਕ ਸਮੱਸਿਆ ਬਹੁਤ ਜ਼ਿਆਦਾ ਲੋਕਾਂ ਦੀ ਜਾਨ ਖਾਂਦੀ ਹੈ। ਜਾਨ ਖਾਂਦੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮਿਹਨਤ ਦੀ ਕਮਾਈ ਜਦੋਂ ਰੁੜਦੀ ਹੈ ਨਾ ਤਾਂ ਬਹੁਤ ਤਕਲੀਫ ਹੁੰਦੀ। ਸਾਰੀ ਜ਼ਿੰਦਗੀ ਦੀ ਮਿਹਨਤ ਦੀ ਕਮਾਈ ਰੁੜ ਜਾਵੇ ਇੱਦਾਂ ਭੰਗ ਦੇ ਪਹਾੜੇ ਤਾਂ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ। ਕਾਰਨ ਕੀ ਹੈ? ਦੋ ਕਲੋਨੀਆਂ ਬਣੀਆਂ ਹੋਈਆਂ ਨੇ ਜੋ ਗੈਰ ਕਾਨੂੰਨੀ ਕਲੋਨੀਆਂ ਨੇ, ਪਰਮਿਸ਼ਨ ਮਿਲੀ ਨਹੀਂ ਪਰ ਕੋਲੋਨਾਈਜ਼ਰਸ ਨੇ ਡਿਵੈਲਪ ਕੀਤੀਆਂ ਹੋਈਆਂ ਨੇ। ਸੋ ਉਹ ਬੀਤੇ ਦਿਨਾਂ ਦੇ ਵਿੱਚ, ਬੀਤੀਆਂ ਸਰਕਾਰਾਂ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਕਿੱਸੇ, ਬਹੁਤ ਸਾਰੇ ਕੇਸ ਸਾਹਮਣੇ ਆਏ ਤੇ ਜੋ ਡਿਵੈਲਪਰਸ ਨੇ ਉਹਨਾਂ ਉੱਤੇ ਵੀ ਬਹੁਤ ਵੱਡੇ ਵੱਡੇ ਹਰਜਾਨੇ ਪਏ ਨੇ। ਨਾਲ ਜਿਨ੍ਹਾਂ ਲੋਕਾਂ ਦਾ ਪੈਸਾ ਲੱਗਾ ਹੋਇਆ ਹੈ ਉਹਨਾਂ ਨੂੰ ਹਜੇ ਪੈਸਾ ਕਦੋਂ ਮਿਲਣਾ ਹੈ, ਕਦੋਂ ਤੱਕ ਡੁੱਬਿਆ ਹੋਇਆ ਹੈ, ਜਾਂ ਉਹਨਾਂ ਦੇ ਉੱਤੇ ਕੋਈ ਉਹਨਾਂ ਨੂੰ ਰਿਟਰਨ ਮਿਲਣੀ ਹੈ ਕਿ ਨਹੀਂ ਮਿਲਣੀ, ਕੋਈ ਉਹਨਾਂ ਨੂੰ ਇੰਟਰਸਟ ਮਿਲਣਾ ਕਿ ਨਹੀਂ ਮਿਲਣਾ, ਉਹ ਵੀ ਹਜੇ ਮਾਮਲਾ ਸਾਰਾ ਖਟਾਈ 'ਚ ਕਿਸੇ ਨੂੰ ਕੁਝ ਨਹੀਂ ਪਤਾ। ਪਰ ਇਸ ਵਕਤ ਸਰਕਾਰ ਜੋ ਨਵੀਂ ਬਣੀ ਹੈ ਉਹ ਕਹਿ ਰਹੀ ਹੈ ਕਿ ਹੁਣ ਅਸੀਂ ਹਰ ਚੀਜ਼ ਦੇ ਉੱਤੇ ਆਪਣੀ ਨਜ਼ਰ ਰੱਖਾਂਗੇ, ਅਸੀਂ ਆਪਣੀ ਪਰਮਿਸ਼ਨ ਦੇ ਮੁਤਾਬਿਕ ਹਰ ਥਾਂ ਦੇ ਉੱਤੇ ਕਲੋਨੀਆਂ ਬਣਵਾਵਾਂਗੇ। ਜੋ ਬੀਤਾ ਸਮਾਂ ਹੈ ਉਸ ਦੇ ਜੋ ਮਾਮਲੇ ਨੇ ਉਹਨਾਂ ਨੂੰ ਨਜਿੱਠਣ ਦੀ ਕੋਸ਼ਿਸ਼ ਕਰਾਂਗੇ ਤੇ ਗੈਰ ਕਾਨੂੰਨੀ ਕਲੋਨੀਆਂ ਹੁਣ ਬੀਤੇ ਦਿਨਾਂ ਦੀਆਂ ਗੱਲਾਂ ਹੋਣਗੀਆਂ, ਬੀਤੇ ਸਮੇਂ ਦੀਆਂ ਗੱਲਾਂ ਹੋਣਗੀਆਂ। ਸਾਡੇ ਸਮੇਂ ਦੇ ਦੌਰਾਨ ਇਹ ਸਭ ਨਹੀਂ ਹੋ ਸਕਦਾ। ਪੁਰਾਣੀਆਂ ਸਰਕਾਰਾਂ ਨੇ ਜੋ ਗਲਤ ਕੀਤਾ ਹੈ ਉਹ ਸਾਡੇ ਸਮੇਂ ਦੇ ਦੌਰਾਨ ਨਹੀਂ ਹੋਏਗਾ, ਬਲਕਿ ਜੋ ਉਹਨਾਂ ਨੇ ਗਲਤ ਕੀਤਾ ਹੈ ਉਸ ਨੂੰ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ, ਉਸ ਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਜਾਣਦੇ ਹਾਂ ਕਿ ਜੋ ਨਵਾਂ ਚੰਡੀਗੜ੍ਹ ਬਣਿਆ ਉੱਥੇ ਵੀ ਕਈ ਉਸਾਰੀਆਂ ਨੂੰ ਲੈ ਕੇ ਬਹੁਤ ਗੜਬੜ ਸਾਹਮਣੇ ਆਉਂਦੀ ਪਈ ਹੈ। ਅਸੀਂ ਹਰ ਥਾਂ ਤੇ ਦੇਖਦੇ ਹਾਂ ਕਿ ਜਿਹੜੇ ਵੱਡੇ ਵੱਡੇ ਲੋਕ, ਬੜੇ ਅਸਲ ਰਸੂਖ ਵਾਲੇ ਲੋਕ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਪਤਾ ਨਹੀਂ ਕੀ ਕਮਾਲ ਕਰਕੇ ਰੱਖ ਦਿੰਦੇ ਨੇ, ਆਪਣੇ ਤਾਂ ਸਭ ਕੁਝ ਬਣਾ ਕੇ ਰੱਖ ਲੈਂਦੇ ਨੇ, ਪਰ ਸਾਰਾ ਖਾਮਿਆਜ਼ਾ ਭੁਗਤਣਾ ਪੈਂਦਾ ਆਮ ਲੋਕਾਂ ਨੂੰ, ਕਿਉਂਕਿ ਉਹਨਾਂ ਦਾ ਕਿਤੇ ਜ਼ੋਰ ਨਹੀਂ ਚੱਲਦਾ, ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ, ਪੈਸਾ ਰੁੜ ਜਾਂਦਾ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਦਾਂ ਦੇ ਕਦਮ ਚੁੱਕੇ ਜਾਂਦੇ ਨੇ ਜੋ ਆਮ ਲੋਕਾਂ ਦੇ ਹੱਕ ਵਿੱਚ ਨੇ। ਔਰ ਇਹਨਾਂ ਅਸਲ ਰਸੂਖ ਵਾਲੇ ਲੋਕਾਂ ਨੂੰ, ਜੋ ਵੱਡੇ ਵੱਡੇ ਕੋਲੋਨਾਈਜ਼ਰਸ ਨੇ, ਵੱਡੇ ਵੱਡੇ ਪੋਲੀਟੀਸ਼ੀਅਨਸ ਦੇ ਆਪਣੇ ਬੰਦੇ ਨੇ, ਵੱਡੇ ਵੱਡੇ ਬਿਜ਼ਨਸਮੈਨ ਨੇ, ਜਿਨ੍ਹਾਂ ਦੇ ਸਾਹਮਣੇ ਆਮ ਲੋਕਾਂ ਦੀ ਕੋਈ ਬੁੱਕਤ ਨਹੀਂ, ਆਮ ਲੋਕਾਂ ਨੂੰ ਕੁਝ ਸਮਝਦੇ ਨਹੀਂ, ਸਿਰਫ ਆਪਣੇ ਪ੍ਰੋਫਿਟ ਨੂੰ ਤਰਜੀਹ ਦਿੰਦੇ ਨੇ। ਬਾਟਮ ਲਾਈਨ ਇਜ਼ ਪ੍ਰੋਫਿਟ, ਸਿਰਫ ਇਸ ਚੀਜ਼ ਨੂੰ ਲੈ ਕੇ ਚੱਲਦੇ ਨੇ। ਉਹਨਾਂ ਦੇ ਵਾਸਤੇ ਇਹ ਖਾਸ ਪੜਥੂ ਪਾਉਣ ਵਾਲੀ ਗੱਲ ਹੋਣ ਵਾਲੀ ਹੈ ਜਦੋਂ ਪੰਜਾਬ ਸਰਕਾਰ ਬੜੇ ਸਖਤ ਹੱਥਾਂ ਨਾਲ ਇਹਨਾਂ ਮਾਮਲਿਆਂ ਨੂੰ ਨਜਿੱਠਦੀ ਹੈ। ਪਰ ਕਈ ਲੋਕ ਕਹਿੰਦੇ ਨੇ ਕਿ ਇਦਾਂ ਦੀਆਂ ਗੱਲਾਂ ਸਿਰਫ ਆਈ ਵਾਸ਼ ਹੁੰਦੀਆਂ ਨੇ,
क्योंकि जे ये वड्डे वड्डे असल रसूख वाले बंदे ने, इन्हां नूं हत्थ पाउणा किहड़ा आसान है, इन्हां दी पहुँच बहुत उपर तक हुंदी है। हुण इत्थे सवाल ये उठदा कि जे पहुँच उपर तक है, जे तुसीं बहुत तगड़े ही ताकत वाले हो, तो इहदा इस्तेमाल तुसीं आम लोकां दे उत्ते करना है, गरीब लोगों के उत्ते करना है, जिहड़े पहलां ही मरे हुए ने महंगाई करके, अपनी मुसीबतां करके, परिवार दीयां मजबूरियां करके, पता नहीं जिंदगी दे विच की कुछ बर्दाश्त करते हैं, किद्दां साह लै रहे ने, किते किसी घर च बीमारी पई हुई है, किते किसी दे उत्ते कर्जे चढ़े हुए हैं, किते सब कुछ खत्म हो चुका है, पता नहीं वो किस तरह जिंदगी के दिन पूरे करते पे ने, या साह लेंदे पे ने, या जिंदगी नूं खिच तू के अगे वधाउंदे पे ने, पता नहीं किद्दां उन्होंने पैसे जोड़े हुए ने। उन्हां सब दी मेहनत दा पैसा खा के, उन्हां सब दी मेहनत दी कमाई नूं तुसीं अपनी जेब च पा लैंदे हो ठग के, तां ये कित्थों दी दयानतदारी है, ये कित्थों दी शराफत है, ये कित्थों दा अपनी पावर नूं सही इस्तेमाल करने का तरीका है। सो कुछ खुद भी सोच करनी चाहिए है, सिर्फ हमेशा अपनी जेब भरना, अपनी तरक्की, अपना निजी फ़ायदा, अपना पर्सनल इंटरस्ट देखना, यही राजनीति नहीं हुंदी, यही अपनी पावर में इस्तेमाल करने का तरीका नहीं हुंदा। बल्कि तुहानू पावर दिती है लोगों ने दिती है, वोटां पा के दिती है, उस पावर का इस्तेमाल लोगों की भलाई के लिए होना चाहिए। सो पंजाब सरकार किद्दां लोगों की भलाई करती है, जो ये गैर कानूनी कॉलोनियां बनिया हुई ने, ये आने वाला समा दसेगा। जिउं जिउं इस न्यूज़ दे विच डिवेलपमेंट्स होणगियां, असीं तुहाडे नाल जरूर साझीआं करांगे ये सारियां गल्लां। विज्ञान ने बहुत तरक्की की, मैडिकल साइंस ने बहुत तरक्की की। किसी वक्त जो चीज़ां असंभव सुनिया जांदियां सी कि नामुमकिन नहीं हो सकदियां, वो भी अज संभव ने। PGI दे विच एक 47 साल का दिल का मरीज़ आया, उसके दिल दे विच स्टंट पैना सी, तो पहली बार रोबोटिक सर्जरी हुई है। इंसान ने नहीं की, रोबोट ने की है, मशीन ने की और सर्जरी, और कामयाब ऑपरेशन होया है। सिर्फ भारत में विच ही नहीं, पूरी दुनिया दे विच एक पहला ऑपरेशन है जो कंप्लीटली रोबोट ने किया और एक कामयाब होया। और ये एक होर खास चीज़ है कि ये जो स्टंट है, ये उस ब्लॉकेज नूं जिहड़ी वो शरीर के अंदर मौजूद है दिल की नाड़ी दे विच, जिसने दिल की नाड़ी दे विच खून नूं जाना रोकिया होया, उस ब्लॉकेज नूं दूर करेगा। और दूर करन तो बाद वो स्टंट जिहड़ा है अपने आप कुछ समय के बाद, कुछ साल बाद, 1 2 3 साल बाद, जो भी उसकी ड्यूरेशन है, अपने आप शरीर दे विच घुल जाएगा, उत्थे नहीं रहेगा, घुल जाएगा, खत्म हो जाएगा, और वो बीमारी नूं ठीक कर देगा, उस नाड़ी नूं खोल देगा। क्योंकि दिल जो साडा है वो हमेशा काम करता रहता, असीं सुत्ते पए हां तां भी दिल काम कर रहा, अपने आप चलता पिया। सो उसनूं बहुत ज़्यादा खून की जरूरत होंदी है चलण वास्ते, ते जिस भी नाड़ी दे विच ब्लॉकेज आ जाए तो खून दे विच ब्लड की सप्लाई पूरी ना होवे तो बहुत ज़्यादा रिस्क हो जाता, दिल का दौरा, दिल फेल होना, इदां दे बहुत सारे रिस्क हो जाते हैं, इंसान की जान भी जा सकती है और बड़ी पेनफुल डैथ होंदी है। उस तो बचाने लई एक नवी टैक्नोलॉजी डिवेलप की गई है। सो भारत दे विच PGI दे विच एक एडवांस लैवल की सर्जरी हुई है, इस करके सैल्यूट है उन्होंने डॉक्टर्स को जिन्होंने ये टैक्नोलॉजी इस्तेमाल की। और पूरी दुनिया वास्ते ये टैक्नोलॉजी, ये ऑपरेशन एक राह दसेरा साबित होएगा। बाकी मुल्क भी इस तरह की सर्जरी को अपनाउणगे ते जिहड़ा ये दिल के ऑपरेशन का रिस्क है वो घट तो घट मिनीमाइज करन तो बाद रोबोटिक सर्जरी के नाल, एक एडवांस लैवल की सर्जरी के नाल, जिथे मरीज़ ठीक होएगा उत्थे ऑपरेशन के सक्सैस के रेट्स भी वधदे ने, सक्सैस के रेट्स वधन नाल लोगों का ज़्यादा विश्वास बनता है। सो इस तरह की सर्जरी वास्ते वो अगे भी होते हैं। हाँ, ये जरूर है कि थोड़ा जिहा महंगा होएगा ये इलाज, क्योंकि जो वो स्टंट पाया जाता है उहदे च खूबी है कि वो ब्लॉकेज नूं दूर करने तो बाद घुल जाता है शरीर के अंदर, इस करके उसकी प्राइस थोड़ी ज़्यादा है आम स्टंट्स के नालों। ये जरूर इसका एक पॉइंट है, और आने वाले टाइम के ये उत्ते भी वर्कआउट होएगा, क्योंकि एक पहली सर्जरी है, इस करके ये कॉस्ट ज़्यादा है। पर जो जो टैक्नोलॉजी ज़्यादा एडवांस होंदी है, ये उत्ते वर्कआउट किया जाता है, होर एक्सपैरीमेंट्स किए जाते हैं, यदि प्राइस में भी कंट्रोल किया जाएगा। सो ये आम लोगों वास्ते एक चंगी खबर है, और मैडिकल साइंस इदां ही तरक्की करती रहे तो लोगों को बहुत फ़ायदा हो सकता है। सो ये सन कुछ इंपॉर्टेंट मैटर्स, कुछ पकते हुए मसले जो असी तुहाडे नाल पंजाब अपडेट्स दे विच शेयर किए हैं। सो अगले एपीसोड्स दे विच होर ज़्यादा मसले लैके तुहाडे सामने फिर रूबरू होवांगे। तद तक लई तुसीं साडा चैनल पंजाब मेल USA TV सबसक्राइब भी करो, देखते भी रहो, इंजॉय भी करते रहो, ते नाल अपने बनदे विचार सानू जरूर इनबॉक्स करो। सत श्री अकाल जी।